ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਅਮਰੀਕਾ ਦਾ ਆਜ਼ਾਦੀ ਦਿਵਸ 4 ਜੁਲਾਈ ਨੂੰ ਉਤਸ਼ਾਹ ਨਾਲ ਮਨਾਇਆ ਗਿਆ। ਸਕਾਟਲੈਂਡ ਵਿੱਚ 3 ਲੱਖ ਦੇ ਕਰੀਬ ਲੋਕਾਂ ਨੇ ਦਿੱਤੀ ਯੂਰੋਪੀਅਨ ਯੂਨੀਅਨ ਸੈਟਲਮੈਂਟ ਲਈ ਅਰਜ਼ੀ। ਬੀਅਰ ਕ੍ਰੀਕ ਪਾਰਕ ਸਰੀ ਵਿਖੇ ਨਸਲਵਾਦ ਦਾ ਸ਼ਿਕਾਰ ਹੋਏ ਲੋਕਾਂ ਦੀ ਯਾਦ ਵਿੱਚ ਸਮਾਗਮ। ਅਮਰੀਕਾ ਕੈਨੇਡਾ ਚੱਲ ਰਹੇ ਹਨ ਗਰਮੀ ਦੀ ਮਾਰ। ਕੈਨੇਡਾ 'ਚ ਹੁਣ ਤੱਕ 700 ਤੋਂ ਵਧੇਰੇ ਲੋਕਾਂ ਦੀ ਮੌਤ। ਡਾਕਟਰ ਉਬਰਾਏ ਦੇ ਯਤਨਾਂ ਸਦਕਾ 45 ਸਾਲਾ ਹਰਬੰਸ ਲਾਲ ਦਾ ਮ੍ਰਿਤਕ ਸਰੀਰ ਦੁਬਈ ਤੋਂ ਪੁੱਜਾ ਵਤਨ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਦਾ ਆਜ਼ਾਦੀ ਦਿਵਸ 4 ਜੁਲਾਈ ਨੂੰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦੇਸ਼ ਭਰ ਵਿੱਚ ਵੱਖ-ਵੱਖ ਸਿਟੀ ਅਤੇ ਕਾਉਂਟੀ ਪੱਧਰ ਦੇ ਸਮਾਗਮ ਹੋਏ। कोरोना महामारी दौरान पिछले साल ये समागम नहीं हो सके, पर इस बार हालात ठीक होने कारण एक बार फिर अमेरिका भर विच रौनकां परत आईयां। कैलीफोर्निया विच वख-वख थावां ते परेडां दा आयोजन कीता गया। कैलीफोर्निया दे शहर मंटीका विखे सिटी ਵੱਲੋਂ एक परेड दा आयोजन कीता गया, जिस विच वख-वख वर्गां दे लोग पहुंचे। बहुत सारे फ्लॉट इस विच शामिल होए। लोकां ने अमेरिकी झंडे नाल संबंधित लिबास पहने हुए सन। परेड वाली थां नूं अमेरिकी झंडियां नाल विशेष तौर ते सजाया गया सी। जिक्रयोग है कि सिख भाईचारे ने इस परेड विच भारी गिणती विच शिरकत की। उन्हां वल्लों बहुत सारे फ्लोट अते मोटरसाइकिल परेड विच शामिल कीते गए सन। मंटीका दे वाइस मेयर गैरी सिंह ने इन्हां दी अगवाई कीती। इस मौके होरनां तो इलावा परमिंदर सिंह साही, गुरजतिंदर सिंह रंधावा, निर्मल सिंह, रजिंदर सिंह सेखों भी हाजिर सन। इस परेड दौरान सिख भाईचारे नूं सिटी वालों 2 फर्स्ट प्राइज दिते गए, जो कि सिख भाईचारे लई बड़ी माण वाली गल है। अमेरिका भर विच जिथे दिन वेले वख-वख थावां ते परेडां दा आयोजन हुंदा है, उत्थे शाम पैंदियां ही इंडिया दी दिवाली वांग पटाखे अते आतिशबाजी चलदे हन। जिथे लोग अपने घरां दे बाहर पटाखे चलाउंदे ने, उत्थे वख-वख सिटी अते काउंटियां वल्लों भी सांझे तौर ते पार्कां विच फायर वर्क्स दा आयोजन कीता जांदा है, जिथे काफी भीड़ इकट्ठी रहिंदी है। लोग इसका पूरा आनंद माणते हैं। परमिंदर सिंह साही, चेयरमैन प्लानिंग कमीशन सिटी ऑफ मैंटीका कैलीफोर्निया तो अज साडे शहर दे विच किवानिस इंटरनेशनल क्लब वालों 4 जुलाई की इंडिपेंडेंस डे की परेड कढ़ी जा रही है। ਉਹਦੇ संबंध ਵਿੱਚ ਅਸੀਂ ਸਾਰੇ ਇਕੱਠੇ ਹੋਏ ਆ ਇੱਥੇ। ਪਿਛਲੇ ਸਾਲ ਜਿਵੇਂ ਤੁਹਾਨੂੰ ਪਤਾ ਵੀ ਕਰੋਨਾ ਕਰਕੇ ਕੋਈ ਵੀ ਵੱਡਾ ਸਮਾਗਮ ਨਹੀਂ ਹੋ ਸਕਿਆ, ਸੋ ਪਿਛਲੇ ਸਾਲ ਇਸ ਸ਼ਹਿਰ ਦੀ ਇੱਕ ਬਹੁਤ ਵੱਡੀ ਇਹ ਪਰੇਡ ਗਿਣੀ ਜਾਂਦੀ ਹੈ, ਜਿਹਦੇ ਵਿੱਚ ਕੋਈ 10,000 ਤੋਂ ਵੱਧ ਬੰਦਾ ਜਿਹੜਾ ਉਹ ਹਿੱਸਾ ਲੈਂਦਾ। ਤੇ ਜਿਵੇਂ ਆਪਣੇ ਨਗਰ ਕੀਰਤਨ ਨਿਕਲਦੇ ਨੇ, ਉਸੇ ਤਰੀਕੇ ਨਾਲ ਰੰਗ ਬਰੰਗੇ ਫਲੋਟ ਨਿਕਲਦੇ ਨੇ, ਜਿਨ੍ਹਾਂ ਵਿੱਚ ਸਭ ਤੋਂ ਜਿਹੜਾ ਵੱਡਾ ਫਲੋਟ ਹੈ ਉਹ ਸਿੱਖ ਕਮਿਊਨਿਟੀ ਦਾ ਵਿੱਚ ਹੈ। ਉਹਦੇ ਵਿੱਚ ਸਿੱਖ ਮੋਟਰਸਾਈਕਲ ਕਲੱਬ ਹੈ, ਸਿਟੀ ਦੇ ਸਿੱਖ ਨੌਜਵਾਨ ਬੱਚੇ ਬੱਚੀਆਂ ਹੋਣਗੇ, ਜਿਹਦੇ ਵਿੱਚ ਗੱਤਕਾ ਵੀ ਹੋਏਗਾ, ਜਿਹਦੇ ਵਿੱਚ ਬਹੁਤ ਭਾਰੀ ਮਾਤਰਾ ਦੇ ਵਿੱਚ ਜੀਪਾਂ ਕਾਰਾਂ ਜਿਹੜੀਆਂ ਬਨਸਬੰਦੀਆਂ ਸਜਾ ਕੇ ਆਪਣੀਆਂ ਸਿੱਖ ਸੰਗਤਾਂ ਨੇ ਜਿਹੜੀਆਂ ਲਿਆਂਦੀਆਂ ਨੇ। ਸੋ ਮੌਕਾ ਲੱਗੇ ਤੇ ਸਿਟੀ ਆਫ ਮੈਂਟੀਕਾ ਕੈਲੀਫੋਰਨੀਆ ਦੇ ਵਿੱਚ ਆਓ। 4 ਜੁਲਾਈ ਨੂੰ ਆ ਕੇ ਇਸ ਮੇਲੇ ਦੀ, ਇਸ 4 ਜੁਲਾਈ ਇੰਡੀਪੈਂਡੈਂਸ ਡੇ ਦੀ ਪਰੇਡ ਵਧਾਓ। ਤੇ ਮੈਂ ਧੰਨਵਾਦੀ ਹਾਂ ਪੰਜਾਬ ਮੇਲ TV ਦਾ, ਖਾਸ ਤੌਰ ਤੇ ਗੁਰਜਿੰਦਰ ਸਿੰਘ ਰੰਧਾਵਾ ਭਾਜੀ ਦਾ, ਜਿਹੜੇ ਅੱਜ ਉਚੇਚੇ ਤੌਰ ਤੇ ਸਾਡੇ ਸਮਾਗਮ ਦੀ ਕਵਰੇਜ ਕਰਨ ਵਾਸਤੇ ਇੱਥੇ ਆਏ ਨੇ। ਰੰਧਾਵਾ ਸਾਹਿਬ, ਤੁਹਾਨੂੰ ਮੰਟੀਕੇ ਸ਼ਹਿਰ ਦੇ ਵਿੱਚ ਜੀ ਆਇਆਂ ਕਹਿੰਦੇ ਆ। ਹਾਂਜੀ, ਮੇਰਾ ਨਾਮ ਨਿਰਮਲ ਸਿੰਘ ਹੈ ਜੀ। ਮੇਰਾ ਬੇਟਾ ਗੁਰਪ੍ਰੀਤ ਸਿੰਘ ਜੋ ਅਮਰੀਕਾ ਦੀ ਮਰੀਨ ਕੋਰ ਦੇ ਵਿੱਚ ਸੀਗਾ, ਉਹ 2011 ਦੇ ਵਿੱਚ ਸ਼ਹੀਦੀ ਪਾ ਗਿਆ ਸੀ। ਅੱਜ 4 ਜੁਲਾਈ ਕਰਕੇ ਅਸੀਂ ਇੱਥੇ ਪਰੇਡ ਦੇ ਵਿੱਚ ਸ਼ਮੂਲੀਅਤ ਕਰਨ ਆਏ ਆ। ਬਹੁਤ ਜ਼ਿਆਦਾ ਉਤਸ਼ਾਹਿਤ ਲੋਕ ਇੱਥੇ ਇਸ ਲਈ ਆਪਣੇ ਸਿੱਖ ਕਮਿਊਨਿਟੀ ਬਹੁਤ ਜ਼ਿਆਦਾ ਪਹੁੰਚੀ ਹੈ ਤੇ ਮੈਂ ਸਾਰਿਆਂ ਨੂੰ 4 ਜੁਲਾਈ ਦਾ ਬਹੁਤ ਮੁਬਾਰਕਾਂ ਦਿੰਦਾ। ਅਮਰੀਕਾ ਵਿੱਚ 4 ਜੁਲਾਈ ਦਾ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ। ਇਸ ਦਿਨ ਅਮਰੀਕਾ ਨੂੰ ਆਜ਼ਾਦੀ ਮਿਲੀ ਸੀ। ਪੂਰੇ ਅਮਰੀਕਾ ਭਰ ਵਿੱਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਿਟੀਆਂ ਵੱਲੋਂ, ਵੱਖ-ਵੱਖ ਕਾਉਂਟੀਜ਼ ਵੱਲੋਂ ਇਹ ਸਮਾਗਮ ਜਿਹੜੇ ਆ ਉਹ ਕਰਵਾਏ ਜਾਂਦੇ ਆ। ਪਰੇਡਾਂ ਕੱਢੀਆਂ ਜਾਂਦੀਆਂ, ਲੋਕ ਬੜੇ ਉਤਸ਼ਾਹ ਨਾਲ ਇਸ ਪਰੇਡ ਵਿੱਚ ਪਹੁੰਚਦੇ ਆ। ਮੰਟੀਕਾ ਦੇ ਸ਼ਹਿਰ ਜਿਹੜਾ ਕਿ ਕੈਲੀਫੋਰਨੀਆ ਦਾ ਬੜਾ ਇੱਕ ਸੈਂਟਰਲ ਵੈਲੀ ਦਾ ਇੱਕ ਸ਼ਹਿਰ ਆ, ਉੱਥੇ ਸਿੱਖ ਕਮਿਊਨਿਟੀ ਨੇ ਬਹੁਤ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਉਹਨਾਂ ਦੇ ਬੜੇ ਸਾਰੇ ਫਲੋਟ ਜਿਹੜੇ ਇਸ ਵਿੱਚ ਸ਼ਾਮਲ ਹੋਏ। ਅਮਰੀਕਨ ਕਮਿਊਨਿਟੀ ਨੇ ਉਹਨਾਂ ਨੂੰ ਬੜੇ ਧਿਆਨ ਨਾਲ ਦੇਖਿਆ ਤੇ ਬੜੇ ਤਾੜੀਆਂ ਮਾਰ ਕੇ ਬੜੇ ਜ਼ੋਰ ਸ਼ੋਰ ਨਾਲ ਉਹਨਾਂ ਦਾ ਸਵਾਗਤ ਕੀਤਾ। ਮੈਂ ਗੁਰਜਿੰਦਰ ਸਿੰਘ ਰੰਧਾਵਾ, ਪੰਜਾਬ ਮੇਲ USA ਕੈਲੀਫੋਰਨੀਆ ਤੋਂ। यूके विच ब्रैगजिट तो बाद यूरोपीयन यूनियन के लोगों के रहने लई सैटलमेंट अर्जी देनी जरूरी की गई।
ਇਸੇ ਜ਼ਰੂਰਤ ਤਹਿਤ ਸਕਾਟਲੈਂਡ ਵਿੱਚ ਵੀ ਇਹ ਅਰਜ਼ੀ ਪ੍ਰਕਿਰਿਆ ਜਾਰੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਕਾਟਲੈਂਡ ਵਿੱਚ ਰਹਿੰਦੇ ਤਕਰੀਬਨ 3 ਲੱਖ EU ਨਾਗਰਿਕਾਂ ਨੇ ਸੈਟਲਮੈਂਟ ਸਟੇਟਸ ਲਈ ਅਪਲਾਈ ਕੀਤਾ ਹੈ। ਸਰਕਾਰ ਦੁਆਰਾ ਪ੍ਰਕਾਸ਼ਿਤ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇੱਥੇ ਕੁੱਲ 2,91,000 ਲੋਕਾਂ ਨੇ EU ਸੈਟਲਮੈਂਟ ਯੋਜਨਾ ਲਈ ਅਰਜ਼ੀ ਦਿੱਤੀ। ਇਸ ਯੋਜਨਾ ਦੀ ਆਖਰੀ ਤਾਰੀਖ ਬੁੱਧਵਾਰ ਨੂੰ ਖਤਮ ਹੋ ਗਈ, ਜੋ ਕਿ ਮਾਰਚ 2019 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਲਈ UK ਵਿੱਚ 6 ਮਿਲੀਅਨ ਤੋਂ ਵੱਧ ਅਰਜ਼ੀਆਂ ਦਿੱਤੀਆਂ ਗਈਆਂ ਹਨ, ਜਿਸ ਵਿੱਚ 5.1 ਮਿਲੀਅਨ ਸੈਟਲਮੈਂਟ ਸਟੇਟਸ ਦਿੱਤਾ ਗਿਆ। ਇਸ ਸਕੀਮ ਦੀ ਅੰਤਿਮ ਤਾਰੀਖ ਤੋਂ ਪਹਿਲਾਂ ਪਿਛਲੇ ਮਹੀਨੇ ਲਗਭਗ 4 ਲੱਖ ਬਿਨੇ ਪੱਤਰ ਦਿੱਤੇ ਗਏ ਸਨ ਅਤੇ ਇਸ ਵੇਲੇ ਲਗਭਗ 5,70,000 ਅਰਜ਼ੀਆਂ ਬਕਾਈਆਂ ਹਨ। UK ਸਰਕਾਰ ਅਨੁਸਾਰ ਜਿਨ੍ਹਾਂ ਨੇ ਡੈਡਲਾਈਨ ਤੋਂ ਪਹਿਲਾਂ ਅਪਲਾਈ ਕੀਤਾ ਸੀ ਉਹਨਾਂ ਦੇ ਉਦੋਂ ਤੱਕ ਅਧਿਕਾਰ ਸੁਰੱਖਿਅਤ ਹੋਣਗੇ ਜਦੋਂ ਤੱਕ ਉਹਨਾਂ ਦੀ ਅਰਜ਼ੀ ਦਾ ਫੈਸਲਾ ਨਹੀਂ ਹੋ ਜਾਂਦਾ। ਜਿਨ੍ਹਾਂ EU ਲੋਕਾਂ ਨੇ ਆਖਰੀ ਤਾਰੀਖ ਤੱਕ ਇਸ ਯੋਜਨਾ ਲਈ ਅਪਲਾਈ ਨਹੀਂ ਕੀਤਾ, ਉਹਨਾਂ ਲਈ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਕਿਸੇ ਨੂੰ ਵੀ 28 ਦਿਨ ਦਾ ਨੋਟਿਸ ਜਾਰੀ ਕਰਨ ਦਾ ਅਧਿਕਾਰ ਹੋਵੇਗਾ ਅਤੇ ਉਹ ਇਸ ਯੋਜਨਾ ਲਈ ਯੋਗ ਹੋ ਸਕਦੇ ਹਨ। ਜੇ ਹੋਮ ਆਫਿਸ ਕਿਸੇ ਅਜਿਹੇ ਯੋਗ ਵਿਅਕਤੀ ਨਾਲ ਮਿਲਦਾ ਹੈ ਜਿਸ ਕੋਲ EU ਸੈਟਲਮੈਂਟ ਦਾ ਦਰਜਾ ਨਹੀਂ ਹੁੰਦਾ, ਤਾਂ ਉਹਨਾਂ ਨੂੰ 28 ਦਿਨਾਂ ਦੇ ਅੰਦਰ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ। ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਕੈਨੇਡਾ ਮਲਟੀਕਲਚਰਲਿਜ਼ਮ ਡੇ ਦੇ ਮੌਕੇ ਤੇ ਰਿਹਾਇਸ਼ੀ ਸਕੂਲਾਂ ਤੋਂ ਵਾਪਸ ਕਰਨਾ ਪਰਤਣ ਵਾਲੇ ਹਜ਼ਾਰਾਂ ਸਵਦੇਸ਼ੀ ਬੱਚਿਆਂ, ਲੰਡਨ ਵਿੱਚ ਮਾਰੇ ਗਏ ਮੁਸਲਿਮ ਪਰਿਵਾਰ ਅਤੇ ਸਮੂਹਿਕ ਤੌਰ ਤੇ ਨਸਲਵਾਦ, ਵਿਤਕਰੇ ਅਤੇ ਪਰੇਸ਼ਾਨੀ ਦੇ ਸ਼ਿਕਾਰ ਹੋਏ ਲੋਕਾਂ ਦੀ ਯਾਦ ਵਿੱਚ ਬੀਅਰ ਕ੍ਰੀਕ ਪਾਰਕ, ਸਰੀ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕੈਨੇਡਾ ਦੇ ਵਧੀਆ ਭਵਿੱਖ ਦੀ ਉਮੀਦ ਨਾਲ ਪੀੜਤ ਲੋਕਾਂ ਦੀ ਯਾਦ ਵਿੱਚ ਮੋਮਬੱਤੀਆਂ ਜਗਾਈਆਂ ਗਈਆਂ। ਪੂਰੇ ਪਾਰਕ ਵਿੱਚ ਪੱਥਰ ਰੰਗੇ ਗਏ, ਰਿਬਨ ਬੰਨੇ ਗਏ ਅਤੇ ਦੇਸੀ ਅਤੇ ਮੁਸਲਿਮ ਭਾਈਚਾਰੇ ਨੇ ਬਜ਼ੁਰਗਾਂ, ਵਿਦਵਾਨਾਂ ਤੇ ਹੋਰ ਵੱਖ-ਵੱਖ ਕਮਿਊਨਿਟੀ ਆਗੂਆਂ ਨੇ ਅੱਗੇ ਵਧਣ ਲਈ ਆਪਣਾ ਨਿੱਜੀ ਯੋਗਦਾਨ ਪਾਉਣ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਸਮੇਂ ਦੇ ਨਾਲ-ਨਾਲ ਸਾਡੇ ਮੌਜੂਦਾ ਸਮੇਂ ਦੇ ਸਿਸਟਮਵਾਦੀ ਨਸਲਵਾਦ ਬਾਰੇ ਕੌੜੀ ਸੱਚਾਈ ਨੂੰ ਸਵੀਕਾਰ ਕਰਨ ਤੋਂ ਬਾਅਦ ਅਗਲਾ ਕਦਮ ਸਰਗਰਮ ਅਤੇ ਨਿਰੰਤਰ ਕਮਿਊਨਿਟੀ ਸੰਵਾਦਾਂ ਦੀ ਸ਼ੁਰੂਆਤ ਦੁਆਰਾ ਵਿਸ਼ਵਾਸ ਪੈਦਾ ਕਰਨਾ ਹੈ। ਇਸ ਪ੍ਰੋਗਰਾਮ ਵਿੱਚ ਸਿਟੀ ਆਫ ਸਰੀ, ਫਰੇਜ਼ਰ ਰੀਜਨ, ਐਬੋਰੀਜਨਲ ਫਰੈਂਡਸ਼ਿਪ ਸੈਂਟਰ ਐਸੋਸੀਏਸ਼ਨ, ਸ਼ਾਨੇ ਪੰਜਾਬ ਆਰਟਸ ਕਲੱਬ ਅਕੈਡਮੀ, ਚੇਤਨਾ ਐਸੋਸੀਏਸ਼ਨ ਆਫ ਕੈਨੇਡਾ, ਮੂਵਿੰਗ ਫਾਰਵਰਡ ਫੈਮਿਲੀ ਸਰਵਿਸਿਜ਼, ਅਕਾਲ ਫੁੱਟਬਾਲ ਕਲੱਬ, ਸਿੱਖ ਰਾਈਡਰਸ ਆਫ ਕੈਨੇਡਾ, ਮਾਲਵਾ ਫੋਕ ਆਰਟ ਸੈਂਟਰ, ਪ੍ਰੋਗਰੈਸਿਵ ਪਾਕਿਸਤਾਨੀ ਕੈਨੇਡੀਅਨ ਕਮੇਟੀ, ਚੈਨਲ ਪੰਜਾਬੀ, ਵੈਨਕੂਵਰ ਵਿਦ ਨਵੀਦ ਵਡੈਚ, ਬ੍ਰਿਟਿਸ਼ ਕੋਲੰਬੀਆ ਪਾਕਿਸਤਾਨੀ ਕੈਨੇਡੀਅਨ ਕਲਚਰ ਐਸੋਸੀਏਸ਼ਨ ਆਦਿ ਨੁਮਾਇੰਦੇ ਸ਼ਾਮਲ ਹੋਏ। ਇਕੱਠੇ ਓਰੇਗਨ ਵਿੱਚ ਪ੍ਰਸ਼ਾਂਤ ਉੱਤਰੀ ਪੱਛਮੀ ਲੂ ਕਾਰਨ ਘੱਟ ਤੋਂ ਘੱਟ 95 ਲੋਕਾਂ ਦੀ ਮੌਤ ਹੋ ਗਈ। ਸੂਬੇ ਦੇ ਡੈਮੋਕ੍ਰੈਟਿਕ ਗਵਰਨਰ ਕੇਟ ਬਰਾਊਨ ਨੇ ਐਤਵਾਰ ਨੂੰ CBS ਤੇ ਫੇਸ ਦੀ ਨੇਸ਼ਨ ਪ੍ਰੋਗਰਾਮ ਵਿੱਚ ਕਿਹਾ, ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਬਾਅਦ ਅਸੀਂ ਹਮੇਸ਼ਾ ਸਮੀਖਿਆ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਅਗਲੀ ਵਾਰ ਕੀ ਕਰ ਰਹੇ ਹਾਂ। ਮੰਨਿਆ ਜਾ ਰਿਹਾ ਹੈ ਕਿ ਪਿਛਲੇ ਇੱਕ ਹਫ਼ਤੇ ਵਿੱਚ ਅਮਰੀਕਾ ਦੇ ਉੱਤਰੀ ਪੱਛਮੀ ਹਿੱਸੇ ਅਤੇ ਦੱਖਣੀ ਪੱਛਮੀ ਕੈਨੇਡਾ ਵਿੱਚ ਲੂ ਨਾਲ ਸੈਂਕੜੇ ਲੋਕਾਂ ਦੀ ਮੌਤ ਹੋਈ। ਪੋਰਟਲੈਂਡ ਵਿੱਚ ਸਭ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਅਤੇ ਸੀਐਟਲ ਵਿੱਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਦੇ ਅੰਕੜੇ ਨੂੰ ਛੂ ਚੁੱਕਾ ਹੈ। ਉੱਥੇ ਹੀ ਕੈਨੇਡਾ ਵਿੱਚ 25 ਜੂਨ ਤੋਂ 1 ਜੁਲਾਈ ਤੱਕ 719 ਲੋਕਾਂ ਦੇ ਮੌਤ ਦੀ ਖਬਰ ਸਾਹਮਣੇ ਆਈ ਸੀ। ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ਚੋਂ ਕੱਢਣ ਲਈ ਆਪਣੇ ਘਰ, ਜ਼ਮੀਨਾਂ, ਗਹਿਣੇ ਧਰਖਾੜੀ ਮੁਲਕਾਂ 'ਚ ਮਿਹਨਤ ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਿਲ ਘੜੀ ਮਦਦ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ SP ਸਿੰਘ ਉਬਰਾਏ ਦੇ ਯਤਨਾਂ ਸਦਕਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਅਨਖੋਰਵਾਲ ਦੇ 45 ਸਾਲਾ ਹਰਬੰਸ ਲਾਲ ਪੁੱਤਰ ਬਿਸ਼ਨ ਰਾਮ ਦਾ ਮ੍ਰਿਤਕ ਸਰੀਰ ਅੱਜ ਸਵੇਰੇ ਤੜਕਸਾਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਰਾਜਾ ਸਾਂਸੀ ਅੰਮ੍ਰਿਤਸਰ ਵਿਖੇ ਪਹੁੰਚਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ SP ਸਿੰਘ ਉਬਰਾਏ ਨੇ ਦੱਸਿਆ ਕਿ ਹਰਬੰਸ ਲਾਲ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ ਵਿੱਚ ਕੁਝ ਮਹੀਨੇ ਪਹਿਲਾਂ ਹੀ ਵਿਜ਼ਿਟਰ ਵੀਜ਼ਾ ਲੈ ਕੇ ਦੁਬਈ ਆਇਆ ਸੀ। ਉਹਨਾਂ ਨੇ ਦੱਸਿਆ ਕਿ ਬੀਤੀ 11 ਜੂਨ ਨੂੰ ਹਰਬੰਸ ਲਾਲ ਦਾ ਅਚਾਨਕ ਉਸਦੇ ਕਮਰੇ ਵਿਚਲੇ ਬਾਥਰੂਮ ਅੰਦਰ ਪੈਰ ਫਿਸਲ ਗਿਆ ਸੀ, ਜਿਸ ਉਪਰੰਤ ਉਸਦੇ ਸਾਥੀ ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲੈ ਕੇ ਗਏ, ਪਰ ਉੱਥੇ ਕੁਝ ਸਮੇਂ ਬਾਅਦ ਹੀ ਉਸਦੀ ਮੌਤ ਹੋ ਗਈ। ਉਹਨਾਂ ਨੇ ਦੱਸਿਆ ਕਿ ਇਸ ਘਟਨਾ ਸੰਬੰਧੀ ਉਹਨਾਂ ਨੂੰ ਭਾਰਤੀ ਦੂਤਵਾਸ ਤੋਂ ਇਲਾਵਾ ਹੋਰਨਾਂ ਲੋਕਾਂ ਨੇ ਵੀ ਸੰਪਰਕ ਕਰਕੇ ਹਰਬੰਸ ਲਾਲ ਦੇ ਪਰਿਵਾਰ ਦੀ ਬੇਵਸੀ ਦਾ ਹਵਾਲਾ ਦਿੰਦਿਆਂ ਮ੍ਰਿਤਕ ਦੇ ਭਾਰਤ ਪਹੁੰਚਾਉਣ 'ਚ ਸਹਿਯੋਗ ਕਰਨ ਲਈ ਕਿਹਾ, ਜਿਸ ਉਪਰੰਤ ਉਹਨਾਂ ਨੇ ਭਾਰਤੀ ਦੂਤਵਾਸ ਦੇ ਵਿਸ਼ੇਸ਼ ਸਹਿਯੋਗ ਸਦਕਾ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ ਵਿੱਚ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਕੇ ਹਰਬੰਸ ਲਾਲ ਦੇ ਮ੍ਰਿਤਕ ਸਰੀਰ ਨੂੰ ਸਵੇਰੇ ਤੜਕਸਾਰ ਭਾਰਤ ਭੇਜ ਕੇ ਉਸਦੇ ਵਾਰਸਾਂ ਨੂੰ ਸੌਂਪ ਦਿੱਤਾ। ਜ਼ਿਕਰਯੋਗ ਹੈ ਕਿ ਡਾਕਟਰ ਉਬਰਾਏ ਦੇ ਯਤਨਾਂ ਸਦਕਾ ਹੁਣ ਤੱਕ 241 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
ਭਾਰਤ ਵਾਸੀਆਂ ਲਈ ਖੁਸ਼ੀ ਦੀ ਖਬਰ ਹੈ ਕਿ ਕਲਪਨਾ ਚਾਵਲਾ ਤੋਂ ਬਾਅਦ ਭਾਰਤ ਦੀ ਖੋਰ ਧੀ ਸਿਰੀਸ਼ਾ ਬਾਂਦਲਾ ਜਲਦੀ ਹੀ ਪੁਲਾੜ ਯਾਤਰਾ ਲਈ ਜਾ ਰਹੀ ਹੈ। ਅਮਰੀਕੀ ਪੁਲਾੜ ਯਾਨ ਦੀ ਕੰਪਨੀ ਵਰਜਿਨ ਗੈਲੈਕਟਿਕ ਦੇ ਰਿਚਰਡ ਬ੍ਰੈਂਸਨ ਸਮੇਤ 6 ਲੋਕ ਪੁਲਾੜ ਯਾਤਰਾ ਕਰਨਗੇ। ਇਨ੍ਹਾਂ 6 ਲੋਕਾਂ ਵਿੱਚ ਭਾਰਤੀ ਮੂਲ ਦੀ ਸਿਰੀਸ਼ਾ ਬਾਂਦਲਾ ਦਾ ਨਾਮ ਵੀ ਸ਼ਾਮਲ ਹੈ। ਉਹਨਾਂ ਦੀ ਉਡਾਣ 11 ਜੁਲਾਈ ਨੂੰ ਨਿਊ ਮੈਕਸੀਕੋ ਤੋਂ ਰਵਾਨਾ ਹੋਵੇਗੀ। ਸਿਰੀਸ਼ਾ ਦਾ ਕੰਮ ਖੋਜ ਨਾਲ ਸੰਬੰਧਿਤ ਹੋਵੇਗਾ। ਇਸ ਯਾਤਰਾ ਤੇ ਗਏ 6 ਲੋਕਾਂ ਚੋਂ 2 ਔਰਤਾਂ ਸ਼ਾਮਲ ਹਨ। ਸਿਰੀਸ਼ਾ ਤੋਂ ਇਲਾਵਾ ਇੱਕ ਹੋਰ ਔਰਤ ਵੇਸ਼ ਮੂਸਾ ਇਸ ਟੀਮ ਦਾ ਹਿੱਸਾ ਹੈ। 34 ਸਾਲਾ ਸਿਰੀਸ਼ਾ ਇੱਕ एरोनॉटिकल इंजीनियर है। उसने इंडियाना दी पर्ड्यू यूनिवर्सिटी तो ग्रेजुएशन की है। कल्पना चावला तो बाद दूजी भारतीय मूल दी औरत है जो पुलाड़ विच जावेगी, जबकि वो पुलाड़ ते जाण वाली चौथी भारतीय होवेगी। बीते दिनी अमेरिका के सूबे कैनेटिकट दे वर्नर कॉन नां दे टाउन च एक भारतीय मूल दे होटल 6 नां दे मालक जेसन चौधरी नूं गर्मी दे दिनां च होटल दे तैराकी पूल दी वरती करने लई एक पास दी कीमत बारे होए तकरार तो बाद उसनूं गोली मार के कतल कर दिता गया। पुलिस ने दस्सिया कि कैनेटिकट सूबे दे टाउन वर्नन कॉन दा रहन वाला 30 साल दा भारतीय जेसन चौधरी नूं बीते दिन दोपहर नूं वर्नन कॉन च स्थित उसदे होटल 6 च होटल पूल दे कोल ही उसनूं गोली मार के उसदा कतल कर दिता गया। काले मूल दे किराए ते लए कमरे च रहिंदे होटल दे मालिक जेसन चौधरी वल्लों नहाउण लई पूल पास लई वखरे $10 दी उस पासों मंग कीती गई सी। हार्टफोर्ड कैनेटिकट दे रहन वाले काले मूल दे 31 साला होटल च किराए ते रहिंदे एल्वन वार ने मालिक नूं $5 दी पेशकश कीती सी। पैसिਆਂ ते होई तकरार नूं लैके उसने होटल मालिक नूं गोली मार दित्ती। होटल विचों अपनी प्रेमिका दे नाल 1 महीने दे समय तो रह रहे सन। एल्वन वार नूं होटल मालिक चौधरी ने कहा कि उसका कमरा खाली करके इत्थों तुर जाण, पर वो इसकी बजाय ऊपर अपने कमरे च गया और पिस्तौल ले आया ते वापस हेठां आके उसने मालिक नूं गोली मार दित्ती, जिसनूं तुरंत स्थानक हस्पताल पहुंचाया गया, जिथे हस्पताल च उसनूं मृतक ऐलान कर दिता गया। गोली मार के दोषी कातल उसदे नेड़ले जंगलां विच जदों भज्जा, पुलिस वल्लों उसदे सैल फोन ते संपर्क कीता गया ते उसने पुलिस अगे आत्म समर्पण कर दिता। संयुक्त अरब अमीरात विच एक भारतीय चालक अते विभिन्न देशां दे उस 9 सहयोगियां ने 2 करोड़ दराम दी लॉटरी जीती है। खलीज टाइम्स ने दस्सिया कि केरल निवासी अते आबू धाबी विच चालक दा काम करन वाला रंजीत सोमराजन पिछले 3 साल तो टिकट खरीद रहा सी। मीडिया रिपोर्टां ने सोमराजन दे हवाले नाल कहा कि मैं कदे नहीं सोचिया सी कि मेरी इन्नी वड्डी लॉटरी लगेगी। मैनूं लग्या सी कि मैं दूसरे जां तीसरे स्थान दी लॉटरी जित सकता हां। उसने कहा कि इस बार दूसरा पुरस्कार 30 लाख अते तीसरा पुरस्कार 10 लाख दराम दा सी। लॉटरी लगन दे बाद सोमराजन कोल मित्रां दे सुनैया दे फोन आ रहे ने। सोमराजन ने कहा कि मैं 2008 तो इत्थे हां। मैं दुबई विच टैक्सी अते होर कंपनियां नाल चालक दे रूप विच काम कीता, पर तनख्वाह कट्टण कारण मेरे लिए गुजारा मुश्किल सी। उन्हां ने कहा कि मेरे नाल 9 होर लोग भारत, पाकिस्तान, बांग्लादेश, नेपाल ते होर देशां दे हन। काले रंग दी टोयोटा हाईलैंडर कार चों घरों गई ब्रैम्पटन दी 35 साला पंजाबण प्रदीप कौर संधू 2 बच्चियां सने लापता हो गई सी, जो कि सही सलामत मिल गई है। पुलिस ने उसकी भाल विच मदद करन लई कई लोकां दा धन्नवाद कीता। दस दईए कि प्रदीप संधू 2 बच्चियां सने अपनी कार नंबर CDSS 718 विच घरों गई सी। उसनूं आखिरी बार सैंडलवुड वार्कवे अते हाईवे 410 खेतर विच वेख्या गया। उन्हां 3 दी सेहतयाबी नूं लैके परिवार ते पुलिस नूं चिंता सी। पुलिस ने लोकां कोलों इन्हां दी भाल विच मदद दी मंग करदिआं दस्सिया सी कि प्रदीप संधू दा वजन लगभग 81 किलो, पूरीआं अखां ते काले वाल हन। इस मगरों थोड़ी ही देर बाद प्रदीप संधू 2 बच्चियां सने सही सलामत मिल गए। इस ते पुलिस ने लोकां दा धन्नवाद कीता। ब्रिटेन विच 19 जुलाई तो तालाबंदी पाबंदियां हटाए जाण तो बाद मास्क लगाउणा व्यक्तिगत इच्छा ते निर्भर करेगा। शहरी आवास मंत्री रॉबर्ट जेनरिक ने ऐतवार नूं यह जानकारी दी। ब्रिटेन दी मीडिया विच ऐतवार नूं आईयां खबरां दरमियान मंत्री दी यह टिप्पणी आई है। खबरां विच संकेत दिता गया सी कि प्रधानमंत्री बोरिस जॉनसन अगले हफ्ते मास्क लगाउण दी जरूरत खत्म करन अते होर कदमां दी घोषणा करन वाले हन। जेनरिक ने BBC नूं कहा, अजिहा प्रतीत हुंदा है कि साडे कोल टीकाकरण प्रोग्राम दी सफलता दे चलदे पाबंदियां हटाउण अते साधारण स्थिति विच परतण दी गुंजाइश है। हुण सानूं एक वक् दौर वल वधना होवेगा।
ਸਾਨੂੰ ਵਾਇਰਸ ਨਾਲ ਰਹਿਣਾ, ਸਾਵਧਾਨੀ ਵਰਤਣਾ ਅਤੇ ਜ਼ਿੰਮੇਵਾਰੀ ਨਾਲ ਰਹਿਣਾ ਸਿੱਖਣਾ ਹੋਵੇਗਾ। ਮਾਸਕ ਲਗਾਉਣ ਦੀ ਜ਼ਰੂਰਤ ਦੇ ਬਾਰੇ ਵਿੱਚ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ, ਮੈਂ ਫਿਲਹਾਲ ਕੋਈ ਵਾਅਦਾ ਨਹੀਂ ਕਰ ਸਕਦਾ ਕਿਉਂਕਿ ਪ੍ਰਧਾਨ ਮੰਤਰੀ ਆਉਣ ਵਾਲੇ ਦਿਨਾਂ ਵਿੱਚ ਘੋਸ਼ਣਾ ਕਰਨਗੇ। ਜੇਕਰ ਅੰਕੜੇ ਠੀਕ ਰਹੇ ਤਾਂ ਅਜਿਹੇ ਕੀਤੇ ਜਾ ਸਕਦੇ ਹਨ। ਬ੍ਰਿਟੇਨ ਵਿੱਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 24,885 ਨਵੇਂ ਮਾਮਲੇ ਸਾਹਮਣੇ ਆਏ ਅਤੇ 18 ਗੋਰਿਆਂ ਦੀ ਮੌਤ ਹੋਈ। ਰਾਸ਼ਟਰੀ ਸਿਹਤ ਸੇਵਾ ਅੰਕੜਿਆਂ ਮੁਤਾਬਕ ਬ੍ਰਿਟੇਨ ਵਿੱਚ 3 ਕਰੋੜ 30 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ-19 ਟੀਕੇ ਦੀ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ। ਬੈਂਕਾਕ ਦੇ ਬਾਹਰੀ ਇਲਾਕੇ ਵਿੱਚ ਸੋਮਵਾਰ ਸਵੇਰੇ ਇੱਕ ਫੈਕਟਰੀ ਵਿੱਚ ਹੋਏ ਜ਼ਬਰਦਸਤ ਧਮਾਕੇ ਨਾਲ ਥਾਈਲੈਂਡ ਦੀ ਰਾਜਧਾਨੀ ਸਥਿਤ ਹਵਾਈ ਅੱਡੇ ਤੇ ਇੱਕ ਟਰਮੀਨਲ ਤੇ ਹਫੜਾ-ਦਫੜੀ ਮਚ ਗਈ। ਉਸ ਖੇਤਰ ਤੋਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਬੈਂਕਾਕ ਦੇ ਦੱਖਣੀ ਪੂਰਬੀ ਇਲਾਕੇ ਵਿੱਚ ਸਵਰਨ ਭੂਮੀ ਹਵਾਈ ਅੱਡੇ ਕੋਲ ਫੋਮ ਅਤੇ ਪਲਾਸਟਿਕ ਪੈਲਟ ਬਣਾਉਣ ਵਾਲੀ ਫੈਕਟਰੀ 'ਚ ਸਵੇਰੇ-ਸਵੇਰੇ ਅੱਗ ਲੱਗ ਗਈ, ਜਿਸ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ। ਤਸਵੀਰਾਂ ਤੇ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਘਰਾਂ ਦੀਆਂ ਖਿੜਕੀਆਂ ਤੇ ਕੱਚ ਟੁੱਟ ਗਏ ਹਨ ਤੇ ਸੜਕ ਤੇ ਮਲਬਾ ਖਿਲਰਿਆ ਪਿਆ ਹੈ। ਕਈ ਘੰਟਿਆਂ ਬਾਅਦ ਵੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਧਿਕਾਰੀਆਂ ਨੇ ਕਈ ਹਜ਼ਾਰ ਲੀਟਰ ਰਸਾਇਣ ਲੀਕ ਹੋਣ ਕਾਰਨ ਤੇ ਵਿਸਫੋਟ ਹੋਣ ਦੇ ਖਦਸ਼ੇ ਦੇ ਚਲਦਿਆਂ ਨੇੜੇ-ਤੇੜੇ ਦੇ ਇਲਾਕਿਆਂ ਤੋਂ ਲੋਕਾਂ ਨੂੰ ਹਟਾਉਣ ਦਾ ਹੁਕਮ ਦਿੱਤਾ। ਬੈਂਗਫਲੀ ਇਲਾਕੇ 'ਚ ਅੱਗ ਲੱਗਣ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗਾ। ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ। ਸਥਾਨਕ ਮੀਡੀਆ ਨੇ ਦੱਸਿਆ ਕਿ ਸ਼ੁਰੂਆਤੀ ਵਿਸਫੋਟ ਨੇ ਸਵਰਨ ਭੂਮੀ 'ਚ ਟਰਮੀਨਲ ਭਵਨ ਨੂੰ ਹਿਲਾ ਰੱਖ ਦਿੱਤਾ, ਜਿਸ ਨਾਲ ਬੈਂਕਾਕ ਦੇ ਮੁੱਖ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਅਲਰਟ ਐਲਾਨ ਕੀਤਾ ਗਿਆ। ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਕੋਈ ਉਡਾਣ ਸੇਵਾ ਰੱਦ ਨਹੀਂ ਕੀਤੀ ਗਈ। ਹਾਲਾਂਕਿ ਇਸ ਸੰਬੰਧ ਵਿੱਚ ਕੋਈ ਵਿਸਥਾਰਪੂਰਵਕ ਜਾਣਕਾਰੀ ਉਹਨਾਂ ਨੇ ਨਹੀਂ ਦਿੱਤੀ। ਜਾਪਾਨ ਵਿੱਚ ਭਾਰੀ ਮੀਂਹ ਤੋਂ ਬਾਅਦ 3 ਲੋਕਾਂ ਦੀ ਮੌਤ ਹੋ ਗਈ ਹੈ ਤੇ ਲਗਭਗ 100 ਤੋਂ ਜ਼ਿਆਦਾ ਲੋਕ ਲਾਪਤਾ ਹਨ। ਸਥਾਨਕ ਮੀਡੀਆ ਵਿੱਚ ਛਪੀਆਂ ਖਬਰਾਂ ਮੁਤਾਬਕ ਮੱਧ ਜਾਪਾਨੀ ਸ਼ਹਿਰ ਅਟਾਮੀ 'ਚ ਆਏ ਭਾਰੀ ਮੀਂਹ ਤੋਂ ਬਾਅਦ ਭੂਮੀ ਖਿਸਕਣ ਦਾ ਵੀ ਖਤਰਾ ਕਾਫੀ ਵੱਧ ਗਿਆ। ਅਟਾਮੀ ਤੋਂ ਲਗਭਗ 90 ਕਿਲੋਮੀਟਰ ਦੂਰ ਦੱਖਣੀ ਪੱਛਮੀ ਟੋਕੀਓ 'ਚ ਪ੍ਰਸ਼ਾਸਨ ਨੇ ਇੱਕ ਵਿਅਕਤੀ ਦੀ ਮੌਤ ਤੇ 113 ਲੋਕਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ। ਬੁਲਾਰੇ ਹਿਰੋਕੀ ਨੂਮਾ ਨੇ ਰਾਈਟਰਜ਼ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਭਾਰੀ ਮੀਂਹ ਤੇ ਹੜ੍ਹ ਦੀ ਵਜ੍ਹਾ ਨਾਲ ਭੂਮੀ ਖਿਸਕਣ ਵਰਗੇ ਹਾਲਾਤ ਬਣੇ ਹਨ। ਹੜ੍ਹ ਦੀ ਵਜ੍ਹਾ ਨਾਲ ਕਾਫੀ ਮਕਾਨ ਦੱਬੇ ਗਏ। ਕਿਊਡੋ ਨਿਊਜ਼ ਏਜੰਸੀ ਮੁਤਾਬਕ ਭੂਮੀ ਖਿਸਕਣ ਦੀ ਵਜ੍ਹਾ ਨਾਲ ਇੱਕ ਮਹਿਲਾ ਦੀ ਮੌਤ ਵੀ ਹੋਈ। ਜਾਪਾਨ ਵਿੱਚ ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਭੂਚਾਲ, ਜਵਾਲਾਮੁਖੀ ਦਾ ਫਟਣਾ, ਸੁਨਾਮੀ ਦੇ ਰੂਪ ਵਿੱਚ ਇੱਥੇ ਪਹਿਲਾਂ ਆਈ ਕੁਦਰਤੀ ਆਫਤ ਦੀ ਯਾਦ ਦਿਵਾ ਦਿੱਤੀ। ਜ਼ਿਕਰਯੋਗ ਹੈ ਕਿ ਜਾਪਾਨ ਵਿੱਚ ਇਸ ਮਹੀਨੇ ਤੋਂ 올림픽 ਵੀ ਹੋਣੀ ਹੈ। ਕੋਰੋਨਾ ਮਹਾਮਾਰੀ ਦੀ ਵਜ੍ਹਾ ਤੋਂ ਪਹਿਲਾਂ ਹੀ ਇਸ ਤਰ੍ਹਾਂ 올림픽 ਨੂੰ ਲੈ ਕੇ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਅਜਿਹੇ 'ਚ ਭਾਰੀ ਮੀਂਹ ਤੇ ਭੂਮੀ ਖਿਸਕਣ ਦੀਆਂ ਘਟਨਾਵਾਂ ਨੇ ਚਿੰਤਾ ਨੂੰ ਵਧਾਉਣ ਦਾ ਕੰਮ ਕੀਤਾ। ਸਥਾਨਕ ਖਬਰਾਂ ਮੁਤਾਬਕ ਸ਼ਨੀਵਾਰ ਦੀ ਸਵੇਰ ਨੂੰ ਅਟਾਮੀ 'ਚ ਲਪੇਟ ਲਗਭਗ 130 ਇਮਾਰਤਾਂ ਆਈਆਂ ਹਨ। ਮਨੁੱਖਾਂ ਦੇ ਨਾਲ-ਨਾਲ ਕੋਰੋਨਾ ਵਾਇਰਸ ਨੇ ਜਾਨਵਰਾਂ ਉੱਪਰ ਵੀ ਆਪਣਾ ਹਮਲਾ ਬੋਲਿਆ। ਇਸ ਲਈ ਅਮਰੀਕਾ ਵਿੱਚ ਜਾਨਵਰਾਂ ਨੂੰ ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਸਾਨ ਫਰਾਂਸਿਸਕੋ ਵੇ ਏਰੀਆ ਦੇ ਆਕਲੈਂਡ ਚਿੜੀਆਘਰ ਵਿੱਚ ਇੱਕ ਪ੍ਰਯੋਗਾਤਮਕ ਟੀਕੇ ਦੀ ਵਰਤੋਂ ਨਾਲ ਜਾਨਵਰਾਂ ਦੀਆਂ ਕਈ ਕਿਸਮਾਂ ਦੀ ਰੱਖਿਆ ਲਈ ਰਾਸ਼ਟਰੀ ਯਤਨ ਦੇ ਹਿੱਸੇ ਵਜੋਂ ਟਾਈਗਰ, ਬਿੱਲੀਆਂ, ਰਿੱਛਾਂ ਅਤੇ ਪੈਰਟਸ ਨੂੰ ਕੋਰੋਨਾ ਵਾਇਰਸ ਦੇ ਵਿਰੁੱਧ ਟੀਕਾ ਲੱਗਾ। ਇਸ ਮੁਹਿੰਮ ਦੌਰਾਨ ਆਕਲੈਂਡ ਚਿੜੀਆਘਰ ਦੇ ਟਾਈਗਰਸ, ਜਿੰਜਰ ਅਤੇ ਮੌਲੀ ਇਸ ਹਫ਼ਤੇ ਟੀਕਾ ਲੈਣ ਵਾਲੇ ਪਹਿਲੇ 2 ਜਾਨਵਰ ਸਨ। ਜਾਨਵਰਾਂ ਦੀ ਵੈਕਸੀਨ ਦੀਆਂ ਖੁਰਾਕਾਂ ਨਿਊ ਜਰਸੀ ਵਿੱਚ ਵੈਟਰਨਰੀ ਫਾਰਮਾਸਿਊਟੀਕਲ ਕੰਪਨੀ ਜੋਇਟਿਸ ਵੱਲੋਂ ਦਾਨ ਅਤੇ ਵਿਕਸਿਤ ਕੀਤੀਆਂ ਗਈਆਂ। ਚਿੜੀਆਘਰ ਵਿੱਚ ਵੈਟਰਨਰੀ ਸੇਵਾਵਾਂ ਦੀ ਉਪ ਪ੍ਰਧਾਨ ਐਲੈਕਸ ਹਰਮਨ ਨੇ ਕਿਹਾ ਕਿ ਟਾਈਗਰਸ, ਰਿਛ, ਪਹਾੜੀ ਸ਼ੇਰ ਅਤੇ ਪੇਟਸ ਆਦਿ ਜਾਨਵਰ 2 ਖੁਰਾਕ ਪ੍ਰਾਪਤ ਕਰਨ ਵਾਲੇ ਪਹਿਲੇ ਗਰੁੱਪ ਵਿੱਚ ਹਨ ਅਤੇ ਪ੍ਰਾਈਮੇਟ, ਸੂਰ ਆਦਿ ਅਗਲੇ ਗਰੁੱਪ ਵਿੱਚ ਹਨ। ਇਸ ਤੋਂ ਇਲਾਵਾ ਚਿੜੀਆਘਰ ਨੇ ਸਮਾਜਿਕ ਦੂਰੀਆਂ ਲਈ ਵਰਤੋਂ ਕੀਤੀ ਹੈ ਅਤੇ ਸਟਾਫ ਨੇ ਵੀ ਜਾਨਵਰਾਂ ਦੀਆਂ ਪ੍ਰਜਾਤੀਆਂ ਦੀ ਰੱਖਿਆ ਲਈ ਸਪੈਸ਼ਲ ਪਹਿਰਾਵੇ ਪਹਿਨੇ ਹਨ। ਪੋਪ ਫ੍ਰਾਂਸਿਸ ਨੂੰ ਐਤਵਾਰ ਨੂੰ ਰੋਮ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਹਨਾਂ ਦੀ ਵੱਡੀ ਅੰਤੜੀ ਵਿੱਚ ਪਰੇਸ਼ਾਨੀ ਹੈ, ਜਿਸ ਦੀ ਸਰਜਰੀ ਪਹਿਲਾਂ ਹੀ ਤੈਅ ਸੀ। ਇੱਕ ਸੰਖੇਪ ਬਿਆਨ ਵਿੱਚ ਵੈਟੀਕਨ ਨੇ ਕਿਹਾ ਕਿ ਜਦੋਂ ਪੋਪ ਦੀ ਸਰਜਰੀ ਹੋ ਜਾਵੇਗੀ ਉਦੋਂ ਜਾਣੂ ਕਰਵਾਇਆ ਜਾਵੇਗਾ। ਇਸ ਤੋਂ 3 ਘੰਟੇ ਪਹਿਲਾਂ ਪੋਪ ਫ੍ਰਾਂਸਿਸ ਨੇ ਰਵਾਇਤ ਅਨੁਸਾਰ ਸੇਂਟ ਪੀਟਰ ਸਕੁਆਇਰ ਤੇ ਲੋਕਾਂ ਦਾ ਸਤਿਕਾਰ ਕਬੂਲ ਕੀਤਾ ਤੇ ਕਿਹਾ ਕਿ ਉਹ ਸਤੰਬਰ ਵਿੱਚ ਹੰਗਰੀ ਤੇ ਸਲੋਵਾਕੀਆ ਜਾਣਗੇ। ਇੱਕ ਹਫ਼ਤਾ ਪਹਿਲਾਂ ਪੋਪ ਫ੍ਰਾਂਸਿਸ ਨੇ ਲੋਕਾਂ ਨੂੰ ਆਪਣੇ ਲਈ ਵਿਸ਼ੇਸ਼ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਸੀ। ਪੰਜਾਬ ਵਿੱਚ ਖੇਤੀ ਖੇਤਰ ਨੂੰ ਸਰਕਾਰ ਵੱਲੋਂ ਐਲਾਨੀ 8 ਘੰਟੇ ਦੀ ਬਿਜਲੀ ਸਪਲਾਈ ਨਾ ਮਿਲਣ ਤੇ ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦਾ 6 ਜੁਲਾਈ ਨੂੰ ਕੀਤਾ ਜਾਣ ਵਾਲਾ ਘਿਰਾਓ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ।
ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਬਿਜਲੀ ਸਪਲਾਈ ਵਿੱਚ ਹੋਏ ਸੁਧਾਰ ਦੇ ਮੱਦੇਨਜ਼ਰ ਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਖੇਤੀ ਖੇਤਰ ਲਈ ਮੁੜ ਬਿਜਲੀ ਸਪਲਾਈ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ 8 ਜੁਲਾਈ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ 2 ਘੰਟਿਆਂ ਲਈ ਦੇਸ਼ ਭਰ ਵਿੱਚ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਖਿਲਾਫ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਖਿੱਚ ਲਈਆਂ ਹਨ। ਕਿਸਾਨ ਆਗੂਆਂ ਨੇ ਮਹਿੰਗਾਈ ਖਿਲਾਫ ਦਿੱਤੇ ਜਾਣ ਵਾਲੇ ਧਰਨੇ ਵਿੱਚ ਹਰ ਵਰਗ ਦੇ ਲੋਕਾਂ ਨੂੰ ਵੱਧ ਚੜ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ ਤਾਂ ਕਿ ਲੋਕਾਂ ਦੀ ਆਵਾਜ਼ ਕੇਂਦਰ ਤੱਕ ਪਹੁੰਚਾਈ ਜਾ ਸਕੇ। ਉਹਨਾਂ ਨੇ ਕਿਹਾ ਕਿ 8 ਜੁਲਾਈ ਨੂੰ ਹਰ ਵਰਗ ਦੇ ਲੋਕ ਆਪਣੇ ਸਕੂਟਰ, ਮੋਟਰਸਾਈਕਲ, ਟਰੈਕਟਰ, ਗੱਡੀਆਂ ਸਣੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪ੍ਰਦਰਸ਼ਨ ਨੂੰ ਸ਼ਾਂਤਮਈ ਰੱਖਣ ਦੀ ਅਪੀਲ ਕੀਤੀ। ਪੰਜਾਬ ਕਾਂਗਰਸ ਵਿੱਚ ਚੱਲ ਰਹੇ ਘਰੇਲੂ ਜੰਗ ਨੂੰ ਖਤਮ ਕਰਨ ਲਈ ਹਾਈ ਕਮਾਨ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਇਸੇ ਕਾਰਨ ਰਾਹੁਲ ਗਾਂਧੀ ਵੱਲੋਂ ਬੀਤੇ ਦਿਨੀ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਗਈ। ਸੂਤਰਾਂ ਮੁਤਾਬਕ ਕਾਂਗਰਸ ਹਾਈ ਕਮਾਨ ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਭਲਕੇ ਮੁਲਾਕਾਤ ਕਰ ਸਕਦੀ ਹੈ। ਸੂਤਰ ਦੱਸਦੇ ਹਨ ਕਿ ਹਾਈ ਕਮਾਨ ਨੇ ਸਿੱਧੂ ਨੂੰ ਦਿੱਲੀ ਬੁਲਾ ਕੇ ਜਿਹੜੇ ਵਿਚਾਰ ਕੀਤੇ ਸਨ ਅਤੇ ਪਾਰਟੀ ਦੇ ਪੁਨਰਗਠਨ ਸੰਬੰਧੀ ਜੋ ਵੀ ਫਾਰਮੂਲਾ ਤਿਆਰ ਕੀਤਾ, ਇਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਾਂਝਾ ਕੀਤਾ ਜਾ ਸਕਦਾ ਹੈ ਅਤੇ ਮੁੱਖ ਮੰਤਰੀ ਨੂੰ 6 ਜੁਲਾਈ ਨੂੰ ਦਿੱਲੀ ਬੁਲਾਏ ਜਾਣ ਦੀ ਚਰਚਾ ਹੈ, ਜਿੱਥੇ ਉਹਨਾਂ ਦੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਵੀ ਹੋ ਸਕਦੀ ਹੈ। ਸੂਤਰਾਂ ਮੁਤਾਬਕ ਕਾਂਗਰਸ ਹਾਈ ਕਮਾਨ ਸੂਬਾ ਕਾਂਗਰਸ ਦੇ ਪੁਨਰਗਠਨ ਸੰਬੰਧੀ ਬਣਾਏ ਫਾਰਮੂਲੇ ਬਾਰੇ ਮੁੱਖ ਮੰਤਰੀ ਦੀ ਵੀ ਰਜ਼ਾਮੰਦੀ ਲੈਣੀ ਚਾਹੀਦੀ ਹੈ ਅਤੇ ਕੈਪਟਨ ਸਿੱਧੂ ਨੂੰ ਇਕੱਠਿਆਂ ਤੋਰਨਾ ਚਾਹੁੰਦੀ ਹੈ, ਜਦਕਿ ਕੈਪਟਨ ਤੇ ਸਿੱਧੂ ਦੋਵੇਂ ਹੀ ਇੱਕ ਦੂਜੇ ਪ੍ਰਤੀ ਲਗਾਤਾਰ ਹਮਲਾਵਰ ਰੁਖ ਅਪਣਾ ਰਹੇ ਨੇ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਵਿੱਚ ਮਾਫੀਆ ਕਲਚਰ ਪੈਦਾ ਕਰਨ ਲਈ ਸ੍ਰੀ ਅਕਾਲ ਤਖਤ ਤੇ ਜਾ ਕੇ ਮੁਆਫੀ ਮੰਗਣ ਲਈ ਕਿਹਾ। ਖਹਿਰਾ ਨੇ ਕਿਹਾ ਕਿ ਬਾਦਲਾਂ ਦੇ ਕਾਰਜਕਾਲ ਦੌਰਾਨ ਹੀ ਪੰਜਾਬ ਦੇ ਲੋਕਾਂ ਨੇ ਮਾਫੀਆ ਸ਼ਬਦ ਪਹਿਲੀ ਵਾਰ ਸੁਣਿਆ। ਉਦੋਂ ਧੜੱਲੇ ਨਾਲ ਹੋਈ ਨਜਾਇਜ਼ ਮਾਈਨਿੰਗ ਨਾਲ ਹਰ ਪਾਸੇ ਹਾਹਾਕਾਰ ਮਚ ਗਈ ਸੀ ਅਤੇ ਲੋਕਾਂ ਨੂੰ ਰੇਤਾ ਬਜਰੀ ਦੇ ਨਾਂ ਤੇ ਲੁੱਟਿਆ ਜਾ ਰਿਹਾ ਸੀ। ਉਹਨਾਂ ਨੇ ਕਿਹਾ ਕਿ ਸੁਖਬੀਰ ਨੇ ਸੱਤਾ ਵਿੱਚ ਹੁੰਦਿਆਂ ਪੰਜਾਬ ਵਿੱਚ ਭੂ ਮਾਫੀਆ ਤਿਆਰ ਕੀਤਾ, ਜੋ ਵੱਖ-ਵੱਖ ਵਿਕਾਸ ਕਾਰਜਾਂ ਜਿਵੇਂ ਸੜਕ ਨਿਰਮਾਣ, ਮੋਹਾਲੀ ਹਵਾਈ ਅੱਡਾ ਬਣਾਉਣ, ਨਵਾਂ ਚੰਡੀਗੜ੍ਹ ਬਣਾਉਣ ਅਤੇ ਸੀਵਰੇਜ ਪ੍ਰੋਜੈਕਟ ਆਦਿ ਲਈ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਕੌਡੀਆਂ ਦੇ ਭਾਅ ਖਰੀਦਦਾ ਸੀ, ਕਿਉਂਕਿ ਉਸ ਕੋਲ ਸੂਬੇ ਦੇ ਸਾਰੇ ਮਾਸਟਰ ਪਲਾਨਾਂ ਦੀ ਜਾਣਕਾਰੀ ਪਹਿਲਾਂ ਹੀ ਸੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ।